ਹੈਲੋ एवरीवन ਵੈਲਕਮ ਟੂ ਮਾਈ YouTube ਚੈਨਲ। ਜਿਵੇਂ ਕਿ ਸਾਇੰਸ ਦੀ ਆਪਾਂ ਸੀਰੀਜ਼ ਸਟਾਰਟ ਕੀਤੀ ਉਹ ਵੀ ਨਾਲ ਚੱਲ ਰਹੀ ਹੈ, ਬਟ ਜਿਵੇਂ ਕਿ ਹੁਣ PS ਟੈਟ ਦਾ ਪੇਪਰ ਆ ਰਿਹਾ ਤਾਂ ਉਹਦੇ ਜਿਹੜੇ ਪ੍ਰੀਵੀਅਸ ਈਅਰ ਪੇਪਰ ਆਪਾਂ ਉਹ ਡਿਸਕਸ ਕਰਾਂਗੇ, ਬਟ ਸਿਰਫ ਕੁਐਸਚਨਸ ਨਹੀਂ ਕਰਾਂਗੇ। ਕੁਐਸਚਨਸ ਦੇ ਨਾਲ ਜਿਵੇਂ ਕੁਝ ਚੀਜ਼ਾਂ ਮੈਂ ਜਿਹੜੀਆਂ ਪਤਾ ਹੀ ਐਗਜ਼ਾਮ 'ਚ ਆਉਂਦੀਆਂ ਹੀ ਹੈ ਤਾਂ ਉਹਦੇ ਨਾਲ ਰਿਲੇਟਡ ਜੋ ਵੀ ਵਿੱਚ ਮੇਨ ਟੌਪਿਕ ਆਉਣਗੇ ਆਪਾਂ ਉਹਨਾਂ ਨੂੰ ਵੀ ਨਾਲ ਡਿਸਕਸ ਕਰਾਂਗੇ, ਤਾਂ ਜੋ ਤੁਹਾਡੀ ਜਿਹੜੀ अगर तुसी रिवीजन की हुई है या पढ़िया होया तुहाडा रिवाइज हो जाए। अगर कुछ चीज़ां जिवें तुहानूं नहीं पता तो ये तुहाडियां क्लीयर हो जाएंगियां। ओके, नाउ लेट्स स्टार्ट दिस फर्स्ट क्वेश्चन। ये जो पेपर है 2016 का प्रीवियस ईयर पेपर है, ठीक है, 2016 का। Now let's start. Sorry. First question is, according to Piaget cognitive and development theory, a cohesive repeatable action sequence possessing component action that are tightly interconnected and governed by the core meaning is referred as a which of the following? ਪਿਆਜੇ ਦੇ ਸੰਯੋਗਾਤਮਕ ਵਿਕਾਸ ਸਿਧਾਂਤ ਦੇ ਅਨੁਸਾਰ ਕਿਰਿਆਵਾਂ ਦੀ ਇੱਕ ਦੁਹਰਾਈ ਜਾਣ ਵਾਲੀ ਇੱਕ ਲੜੀ ਹੁੰਦੀ ਹੈ ਜੋ ਕਿ ਆਪਸ ਵਿੱਚ ਇੱਕ ਤਰ੍ਹਾਂ ਕਿਤੇ ਜੁੜੀਆਂ ਕਿਰਿਆਵਾਂ ਕਰਦੀਆਂ ਤੇ ਕਿਸੇ ਕੇਂਦਰੀ ਅਰਥ ਦੁਆਰਾ ਨਿਯੰਤਰਿਤ ਹੋਵੇ, ਉਹ ਉਸ ਨੂੰ ਕੀ ਕਿਹਾ ਜਾਂਦਾ ਹੈ? ठीक है, ਇਹਦਾ ਆਨਸਰ ਹੈ ਫਸਟ ਦਾ ਆਨਸਰ ਇਜ਼ ਸਕੀਮਾ ਕਿਹਾ ਜਾਂਦਾ। ਹੁਣ ਸਕੀਮਾ ਕਿਹਾ ਤਾਂ ਜਾਂਦਾ, ਬਟ ਸਕੀਮਾ ਕੀ ਹੁੰਦਾ? ਹੁਣ ਇਹਦੇ ਵਿੱਚ ਉਹਨੇ ਕਿਹਾ ਵਾ ਕਿਰਿਆਵਾਂ ਦੀ ਇੱਕ ਦੁਹਰਾਈ ਜਾਣ ਵਾਲੀ ਲੜੀ ਹੈ ਜਿਸ ਵਿੱਚ ਆਪਸੀ ਤੌਰ ਤੇ ਜੁੜੀਆਂ ਕਿਰਿਆਵਾਂ ਹੋਣ, ਮਤਲਬ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਕਿਰਿਆਵਾਂ ਹੁੰਦੀਆਂ ਵਾ, ਠੀਕ ਹੈ, ਜੋ ਕਿਸੇ ਕੇਂਦਰੀ ਅਰਥ ਦੁਆਰਾ ਨਿਯੰਤਰਿਤ ਹੋਵੇ, ਉਸ ਨੂੰ ਕੀ ਕਿਹਾ ਜਾਂਦਾ ਹੈ? ਠੀਕ ਹੈ, ਉਹਨੂੰ ਆਪਾਂ ਕਹਿੰਦੇ ਸਕੀਮਾ। ਠੀਕ ਹੈ, ਇਹਦਾ ਫਸਟ ਆਪਸ਼ਨ ਕੀ ਸੀ? ਇਹਦਾ ਸਕੀਮਾ। ਹੁਣ second question, conventional morality is a stage which of following theory? ਹੁਣ ਜਿਹੜੀ ਕਨਵੈਨਸ਼ਨਲ ਮੋਰੈਲਿਟੀ ਹੈ, ਠੀਕ ਹੈ, ਪਰੰਪਰਾਗਤ ਨੈਤਿਕਤਾ ਕਿਹੜੇ ਸਿਧਾਂਤਾਂ ਦੇ ਅਧੀਨ ਹੁੰਦੀ ਹੈ, ਕਿਹਦੇ ਅਧੀਨ ਹੁੰਦੀ ਹੈ ਇਹ? ਸੈਕਿੰਡ ਦਾ ਆਨਸਰ ਇਜ਼ ਕੋਗਨੀਟਿਵ ਡਿਵੈਲਪਮੈਂਟ ਥਿਊਰੀ ਦੇ ਅਧੀਨ ਆਉਂਦੀ ਹੈ। ਹੁਣ ਕੋਗਨੀਟਿਵ ਡਿਵੈਲਪਮੈਂਟ ਥਿਊਰੀ ਇਹ ਵੀ ਕਿਹਨੇ ਦਿੱਤੀ ਹੋਈ ਹੈ? ਇਹ ਵੀ ਪਿਆਜੇ ਨੇ ਹੀ ਦਿੱਤੀ ਹੋਈ ਹੈ। ਠੀਕ ਹੈ, ਹੁਣ ਦੇਖੋ ਕਨਵੈਨਸ਼ਨਲ ਮੋਰੈਲਿਟੀ ਹੈ ਜਿਹੜਾ ਇਹ ਕੋਗਨੀਟਿਵ ਡਿਵੈਲਪਮੈਂਟ ਥਿਊਰੀ ਹੈ, ਠੀਕ ਹੈ, ਉਹਦੇ ਤੋਂ ਹੀ ਇਹ ਬਣੀ ਹੋਈ ਹੈ। ਕਿਹਦੇ ਅਧੀਨ ਆਉਂਦੀ ਹੈ ਇਹ? ਕਨਵੈਨਸ਼ਨਲ ਮੋਰੈਲਿਟੀ ਕੋਗਨੀਟਿਵ ਡਿਵੈਲਪਮੈਂਟ ਥਿਊਰੀ ਦੇ ਅਧੀਨ ਆਉਂਦੀ ਹੈ। ਹੁਣ ਦੇਖੋ ਇਹਦੇ 'ਚ ਆਪਾਂ ਸਕੀਮਾ ਕੀਤਾ ਸੀ, ਹੁਣ ਜਿਨ੍ਹਾਂ ਨੂੰ ਸਕੀਮਾ ਨਹੀਂ ਪਤਾ ਆਪਾਂ ਥੋੜ੍ਹਾ ਜਿਹਾ ਡਿਸਕਸ ਕਰਦੇ ਹਾਂ ਸਕੀਮਾ ਕੀ ਹੈ। ਸਕੀਮਾ ਇਹਦੀ ਡੈਫੀਨੇਸ਼ਨ ਕੀ ਹੈ? ਸਭ ਤੋਂ ਪਹਿਲਾਂ ਇਹ ਕਿੰਨੇ ਦਿੱਤਾ ਵਾ ਆਪਾਂ ਨੂੰ? ਜੀਨ ਪਿਆਜੇ ਦੁਆਰਾ ਦਿੱਤਾ ਗਿਆ ਵਾ। ਸਕੀਮਾ ਕੀ ਇੱਕ ਕੋਗਨੀਟਿਵ ਸਟਰਕਚਰ ਹੈ ਜਿਹੜੀ ਕਿ ਹੈਲਪ ਕਰਦੀ ਹੈ ਪ੍ਰੋਸੈਸ ਐਂਡ ਆਰਗੇਨਾਈਜ਼ ਦਾ ਇਨਫੋਰਮੇਸ਼ਨ। ਜਾਂ ਆਪਾਂ ਕੋਈ ਵੀ ਪ੍ਰੋਸੈਸ ਕਰਦੇ ਹਾਂ ਜਾਂ ਕੋਈ ਵੀ ਇਨਫੋਰਮੇਸ਼ਨ ਆਰਗੇਨਾਈਜ਼ ਹੁੰਦੀ ਹੈ ਉਹ ਸਕੀਮਾ ਦੁਆਰਾ ਹੁੰਦੀ ਹੈ। ਸਕੀਮਾ ਕੀ ਕਰਦਾ? ਹੈਲਪ ਕਰਦਾ ਹੈ। ਠੀਕ ਹੈ, ਹੁਣ ਇਹਦੀ ਐਗਜ਼ਾਮਪਲਸ ਕੀ ਹੈ? ਇੱਕ ਬੱਚਾ ਵੈ, ਉਹਨੇ ਸਕੀਮਾ ਕੀਤਾ, ਇੱਕ ਡੋਗ ਨੂੰ ਵੇਖਿਆ, ਉਹਨੇ ਦੇਖਿਆ ਕਿ ਇੱਕ ਡੋਗ ਦੀਆਂ 4 ਲੱਤਾਂ ਵੈ, ਇੱਕ ਟੇਲ ਹੈ, ਬਾਕਸ ਹੈ, ਠੀਕ ਹੈ, ਉਹ ਦੰਦੀ ਵੜਦਾ ਵੈ, ਉਹਦੀ ਪੂੰਛ ਹੈ, ਉਹਦੀਆਂ ਲੱਤਾਂ ਵਾ, ਉਹਨੇ ਉਹ ਚੀਜ਼ਾਂ ਦੇਖ ਲਿੱਤੀਆਂ। ਵੈਨ ਦ ਚਾਈਲਡ ਸੀਜ਼ ਅ ਨਿਊ ਡੋਗ, ਜਦੋਂ ਇੱਕ ਨਵਾਂ ਡੋਗ ਉਹਨੇ ਦੇਖਿਆ, ਉਹਨੇ ਰਿਕੋਗਨਾਈਜ਼ ਕੀਤਾ, ਉਹਨੇ ਦੱਸਿਆ ਕਿ ਇਹ ਕੀ ਹੈ? ਡੋਗ ਹੈ। ਉਹਨੇ ਕਿੱਦਾਂ ਰਿਕੋਗਨਾਈਜ਼ ਕੀਤਾ? ਕਿਉਂਕਿ ਜਿਹੜੀ ਇਨਫੋਰਮੇਸ਼ਨ ਉਹਦੇ ਕੋਲ ਹੈਗੀ ਸੀ ਤਾਂ ਉਹਨੇ ਨਵੀਂ ਇਨਫੋਰਮੇਸ਼ਨ ਵੀ ਵਿੱਚ ਪਾ ਦਿੱਤੀ। ਠੀਕ ਹੈ, ਐਗਜ਼ਿਸਟਿੰਗ ਸਕੀਮਾ ਮਤਲਬ ਜੋ ਇਨਫੋਰਮੇਸ਼ਨ ਉਹਦੇ ਅੰਦਰ ਪਹਿਲਾਂ ਸੀ ਤੇ ਨਵੀਂ ਇਨਫੋਰਮੇਸ਼ਨ ਉਹਨੇ ਵਿੱਚ ਐਡ ਕਰਤੀ, ਉਹ ਹੋ ਗਿਆ ਕਿ ਸਕੀਮਾ ਦੀ ਇੱਕ ਐਗਜ਼ਾਮਪਲ ਹੋ ਗਈ। ਤੇ ਉਹਨੇ ਕੁੱਤਾ ਦੇਖਿਆ ਤੇ ਬਾਅਦ 'ਚ ਉਹਨੇ ਫਿਰ ਕੁੱਤਾ ਦੇਖਿਆ ਤਾਂ ਉਹਨੂੰ ਪਤਾ ਲੱਗ ਗਿਆ ਕਿ ਹਾਂ ਕੁੱਤਾ ਵਾ, ਕਿਉਂਕਿ ਉਹਨੂੰ ਸਮਝਾਇਆ ਗਿਆ ਸੀ, ਉਹਨੇ ਦੇਖ ਲਿੱਤਾ ਸੀ ਕਿ ਉਹਦੀਆਂ 4 ਲੱਤਾਂ ਵਾ ਇੱਦਾਂ। ਠੀਕ ਹੈ, ਹੁਣ ਸਕੀਮਾਂ ਦੀਆਂ ਵੀ ਦੇਖੋ ਅੱਗੇ ਪਿਆਜੇ ਨੇ 3 ਸੀਰੀਜ਼ ਦਿੱਤੀ, ਇੱਕ ਐਸਿਮੀਲੇਸ਼ਨ, ਐਕਮੋਡੇਸ਼ਨ ਤੇ ਇਕੁਇਲਿਬਰੀਅਮ। ਹੁਣ ਇਹ ਚੀਜ਼ ਤੁਹਾਨੂੰ ਤਾਂ ਕਰਵਾਈ ਜਾ ਰਹੀ ਹੈ ਕਿਉਂਕਿ ਇਹਨਾਂ ਤਿੰਨਾਂ 'ਤੇ ਵੀ ਕੁਐਸਚਨ ਬਣਦਾ। ਫਸਟ ਕੀ ਹੈ? ਐਸਿਮੀਲੇਸ਼ਨ ਕੀ ਹੁੰਦਾ? ਐਡਿੰਗ ਨਿਊ ਇਨਫੋਰਮੇਸ਼ਨ ਟੂ ਐਗਜ਼ਿਸਟਿੰਗ ਸਕੀਮਾ, ਮਤਲਬ ਜਿਹੜਾ ਸਕੀਮਾ ਜਾਂ ਜਿਹੜੀ ਇਨਫੋਰਮੇਸ਼ਨ ਆਪਣੇ ਅੰਦਰ ਹੈਗੀ ਹੈ ਆਪਾਂ ਉਹਦੇ ਵਿੱਚ ਕੀ ਕੀਤਾ? ਇੱਕ ਨਵੀਂ ਇਨਫੋਰਮੇਸ਼ਨ ਨੂੰ ਐਡ ਕਰ ਦਿੱਤਾ। ਠੀਕ ਹੈ, ਹੁਣ ਦੇਖੋ ਕਾਲਿੰਗ ਅ ਵੋਲਫ ਅ ਡੌਗ ਬਿਕੋਜ਼ ਇਟ ਲਾਈਕ ਸਿਮਿਲਰ। ਹੁਣ ਇਹਦੇ ਵਿੱਚ ਕੀ ਸੀ? ਉਹਨੇ ਕੁੱਤਾ ਦੇਖਿਆ, ਉਹਨੇ ਕਿਹਾ ਕੁੱਤੇ ਦੀਆਂ ਤਾਂ 4 ਲੱਤਾਂ ਮੈਂ, ਉਹਦੀ ਪੂੰਛ ਵੀ ਹੈ। ਫਿਰ ਜਦੋਂ ਉਹਨੇ ਵੋਲਫ ਨੂੰ ਦੇਖਿਆ, ਠੀਕ ਹੈ, ਉਹਨੇ ਵੋਲਫ ਵਿੱਚ ਵੀ ਕੀ ਦੇਖਿਆ? ਵੋਲਫ ਦੀਆਂ ਵੀ 4 ਲੱਤਾਂ ਵੈ, ਉਹਦੀ ਵੀ ਪੂੰਛ ਹੈਗੀ ਹੈ, ਤੇ ਉਹਨੂੰ ਲੱਗਿਆ ਕਿ ਤੇ ਇਹ ਵੀ ਕੁੱਤਾ ਹੀ ਹੈ।
ठीक है, बट उन्हें दसिया गया वा कि उन्हें क्या कि कुत्ता एक अलग है, वॉल्फ अलग है, बट उन्हें कुत्ते की इंफॉर्मेशन उन्होंने पहला मिल चुकी सी, उन्हें कुत्ते नूं ध्यान च रखिया तो उहदे विच नवीं इंफॉर्मेशन नूं ऐड कीता तो उन्हें पता लग गया कि ये की है एक वॉल्फ है। मतलब जिहड़ी इंफॉर्मेशन अपने कोल पहला हैगी है तो उहदे विच जदों नवीं इंफॉर्मेशन नूं ऐड किया गया वो की बन गया एसिमिलेशन। एकोमोडेशन की है चेंजिंग द एग्जिस्टिंग स्कीमा टू फिट न्यू इंफॉर्मेशन। मतलब हुण देखो जो इंफॉर्मेशन हुण पहले एसिमिलेशन च उन्हें की किया, उन्हें वोल्फ नूं भी कुत्ता ही दसता, क्यों दसता, ठीक है, ये चीज़ है कि उन्होंने इन्ना पता सीगा कि उहदी 4 लत्तां उहदी पूंछ है, इस करके उन्होंने जिहड़ा वोल्फ सीगा वो भी एक कुत्ता ही लग्या तो उन्हें सोच लिया कि हाँ ये कुत्ता ही है। बट एसिमिलेशन च की होया कि जिहड़ी इंफॉर्मेशन उहदे कोल हैगी सी उहदे विच उहने नवीं इंफॉर्मेशन पाती, मतलब उन्होंने कुत्ते ते वोल्फ इन्हां दोवां दे विच डिफरेंस बारे दस्सा गया, उन्होंने पता लग गया कि वोल्फ ते कुत्ते दे विच कोई फर्क हैगा वै, वो हो गया एकोमोडेशन। मतलब पहली इंफॉर्मेशन दे विच उन्हें नवीं इंफॉर्मेशन नूं पूरी तरह एग्जिस्ट कर दिता, उन्होंने पता लग गया चीज़ां 'च फर्क की है। अगे आ गया इक्विलिब्रियम। इक्विलिब्रियम की है एसिमिलेशन ते एकोमोडेशन दे विच जदों आपसी तालमेल बिठाया जांदा वा उन्होंने बोलते हैं इक्विलिब्रियम, ठीक है जी। नाउ नेक्स्ट हुण आपां थर्ड क्वेश्चन करांगे, विच थ्योरी इज बेस्ड ऑन द प्रिंसिपल दैट लर्नर कंस्ट्रक्ट न्यू आइडियाज कंसैप्ट बेस्ड अपॉन द एग्जिस्टिंग नॉलेज। किहड़ा सिद्धांत इस सिद्धांत ते आधारित करदा है कि विद्यार्थी अपनी पहला तो मौजूद जानकारी के आधार ते ही नवे विचारां दी धारनावां बनांदा है, ठीक है। हुण इहदे विच पहली उहदे कोल जानकारी हैगी है, नवे विचारां दी धारनावां बनांदा वा, ये सिद्धांत किहड़ा वा, फर्स्ट की है सोशियल, सेकंड की है कॉग्निटिव, थर्ड रेडिकल एंड फोर्थ स्पाइरल। एक ही है कि कॉग्निटिव है। हुण देखो हुण इहदे विच भी वही है कि पुरानी इंफॉर्मेशन हैगी सी नवी ऐड हो गई और ये किन्ने दित्ती हुई है, प्याजे ने दित्ती हुई है, तो जिहड़ी कॉग्निटिव है ये भी किन्ने दित्ती है, प्याजे ने दित्ती है। कोई भी क्वेश्चन होंदा किते ना किते एक दूजे नाल रिलेट करदा ही है। हुण कॉग्निटिव का दिमाग 'च बिठा लो कि जिहड़ी मेन कॉग्निटिव थ्योरी है जो कंस्ट्रक्टिविज्म है वो सारा कुछ प्याजे ने ही दिता है। विच थ्योरी इज बेस्ड ऑन द प्रिंसिपल दैट लर्नर कंस्ट्रक्ट न्यू आइडियाज और कंसैप्ट बेस्ड अपॉन द एग्जिस्टिंग नॉलेज। क्योंकि हम पिछे आप स्कीमा पढ़िया वा, हुण इहदे विच भी यही है कि उहदे कोल जिहड़ी पहला नॉलेज सी उहदे विच उहने नवीं नॉलेज पाती और दोवें नॉलेज इकट्ठियां कर दित्तियां, ठीक है। और ये आइडिया किन्ने दिता होया वा, इस चीज़ किन्ने लिखी है, ये प्याजे ने लिखी है, तो ये भी क्वेश्चन प्याजे नाल रिलेटेड आ गया। और प्याजे ने थ्योरी किहड़ी दित्ती हुई है, कॉग्निटिव थ्योरी दित्ती हुई है। Now fourth question is which of following is characteristics awareness in the model emotional intelligence। भावनात्मक बुद्धि मॉडल ਦੇ ਵਿੱਚ आत्म जागरूकता ਦੀ विशेषता ਕਿਹੜੀ है। आत्म जागरूकता मतलब सेल्फ अवेयरनेस, ठीक है। सैल्फ अवेयरनेस का जोड़ा मॉडल है ये की विशेषता है, सैल्फ अवेयरनेस की ये की करते हैं। हुण सैल्फ अवेयरनेस सैल्फ की है अपना, ठीक है। तो सैल्फ अवेयरनेस विच की आएगा, सेकंड ऑप्शन आएगा नो योर ओन इमोशनल, ऑन इमोशनल मतलब अपने इमोशनल स्ट्रैटेजीज एंड वीकनेस, अपने भावनात्मक तरीक़े ते कमजोरियां नूं जानना। हुण देखो नाम तो ही पता लग रहा आत्म मतलब अपना, और सैल्फ का मीनिंग की हुंदा वा, ये भी अपना ही हुंदा है, ठीक है, अपने बारे करना। हुण दूजियां ऑप्शंस भी देख लो, नो हाउ टू कंट्रोल इंपल्सिस, इहदे विच तां अपने वाली कोई चीज़ ही नहीं। हुण इहदे विच ओन, ओन मतलब हुंदा अपना, ठीक है, क्वेश्चन दे विच ही आंसर, ठीक है। जिहड़ी सैल्फ अवेयरनेस की है अपने बारे, अपने इमोशनस बारे, अपनी कमजोरियां बारे जानना, ठीक है। एबल टू गैट स्मॉल स्टैप्स, ये कोई गल नहीं की, ये भी तो आंसर की आएगा बी ऑप्शन। नेक्स्ट फिफ्थ क्वेश्चन, हु गेव द कंसैप्ट ऑफ एक्सट्रोवर्जन एंड इंट्रोवर्जन। ये दो कंसैप्ट है, ठीक है, और ये किन्ने दिते हुए है, एक परसनैलिटी के दो है, एक्सट्रोवर्जन और इंट्रोवर्जन। इंट्रोवर्जन हुंदा वा जिहड़ा अपने आप विच रहना, अपने आप च मस्त रहना, और एक्सट्रो हुंदा जिहड़ा दूसरियां नाल घुल मिल जांदा, दूसरियां नाल उठदा बैठदा, ठीक है। और ये दोनों की है परसनैलिटी नाल रिलेटेड थ्योरीज है, ठीक है। और ये किन्ने दित्तियां होईयां वा आपां नूं, कार्ल जंग ने। इहदा आंसर की आएगा फिफ्थ दा कार्ल जंग। Next, which of the following is referred to the gender division।
ठीक है। जेंडर डिवीजन, जेंडर की हुंदा लिंग निर्धारित होने दे चन किवें लिंग निर्धारित वंड केड़ी है, ठीक है। 6 का आंसर की आएगा ए। एक की हायरार्की दित्ती हुई है अनइक्वल रोल, समाज द्वारा लड़के ते लड़कियां नूं दित्तियां जाण वालियां असमान भूमिकावां, मतलब कुड़ियां ते मुंडियां च फर्क किया जा रहा है, ठीक है। हम वंड दसी है लिंग आधारित वंड केड़ी है, मतलब जेंडर डिवीजन की है। जेंडर डिवीजन मतलब ये है कि कुड़ियां ते मुंडियां दी जिहड़ी सोसाइटी है या कुड़ियां ते मुंडियां नूं जो भी काम दिता जा रहा उहदे विच असमान भूमिकावां हजे भी हुंदियां, ठीक है। ਇਹਦੇ ਵਿੱਚ ਜੈਵਿਕ ਅੰਤਰ, ਲੜਕਾ ਲੜਕੀ ਦਾ ਅਨੁਪਾਤ, ਲੜਕੇ ਲੜਕੀਆਂ ਦੀ ਵੰਡ, ਇਹ ਕੁਛ ਨਹੀਂ ਹੈ। ਬਸ ਇੰਨਾ ਹੈ ਕਿ ਲੜਕੀਆਂ ਨੂੰ ਜੋ ਵੀ ਕੰਮ ਦਿੱਤੇ ਜਾ ਰਹੇ ਸਮਾਜ ਦੁਆਰਾ ਲੜਕੇ ਲੜਕੀਆਂ ਨੂੰ ਦਿੱਤੀਆਂ ਅਸਮਾਨ ਭੂਮਿਕਾਵਾਂ, ਮਤਲਬ ਪਹਿਲਾਂ ਹੀ ਸੈੱਟ ਕੀਤਾ ਵੀ ਹਾਂਜੀ ਜੀ ਕੁੜੀਆਂ ਆ ਕਰਨਗੀਆਂ ਮੁੰਡੇ ਆ ਕਰਨਗੇ, ਇਹ ਜਿਹੜਾ ਸੁਸਾਇਟੀ ਦੁਆਰਾ ਚੀਜ਼ਾਂ ਦਿੱਤੀਆਂ ਗਈਆਂ ਵਾ, ठीक है। Which of following refer to the gender division, that is the hierarchical unequal role of assigned to boy and girl by society? 7th question, recall the type test and recognize type test are types of, ठीक है। रिकॉल टाइप टेस्ट मतलब जो कोई टेस्ट दिता वा ना रिकॉल करना उन्होंने। रिकोगनाइज टाइप टेस्ट ये किस तरह की टाइपिंग टेस्ट आ जाते हैं, ये ऑब्जेक्टिव टाइप टेस्ट है। ऑब्जेक्टिव किहड़े होंदे आ, ऑब्जेक्टिव जिहड़े क्वेश्चनस आपां कर रहे हैं ये ऑब्जेक्टिव है जिन्हां दी आपां नूं ऑप्शनस दित्तियां होंदियां ए बी सी डी, ठीक है। इन्हां नूं मेन रिकोगनाइजेशन टाइप टेस्ट यही हुंदा क्योंकि एग्जैक्ट आपां नूं इहदे तो ही पता लगदा है, क्योंकि जे आपां सब्जैक्टिव वाल जावांगे या ऐसे टाइप क्वेश्चन जावांगे तो वो तो बड़े वड्डे वड्डे आ जांदे हैं, है ना। किसी ने अपनी लैंग्वेज किसी ने कुछ लिखता किसी ने कुछ लिखता। सो रिकॉल टाइप टेस्ट या रिकोगनाइजेशन टाइप टेस्ट विच की आ जांदा है, ऑब्जेक्टिव टेस्ट आ जांदा है, ठीक है। ऑब्जेक्टिव टाइप टेस्ट। नेक्स्ट 8th, वट इज़ द फुल फॉर्म ICIDH? ICIDH की फुल फॉर्म की है, दैट इज इंटरनेशनल क्लासिफिकेशन ऑफ इम्पेयरमेंट डिसेबिलिटीज एंड हैंडीकैप्स, मतलब इंटरनेशनल क्लासिफिकेशन की गई है। किस चीज़ की क्लासिफिकेशन है? इंपेयरमेंट की हुंदा है अपंगता, असमर्था, डिसेबिलिटीज़ मतलब किसी चीज़ की डिसेबिलिटीज़ है, हैंडीकैप्स जिन्होंने किसी ना किसी अंगहीन होना मतलब कोई अंग का मिसिंग होना, ठीक है। वट इज़ द फुल फॉर्म ऑफ ICIDH? इज़ इंटरनेशनल क्लासिफिकेशन ऑफ इम्पेयरमेंट डिसेबिलिटीज़ एंड हैंडीकैप्स। 9th क्वेश्चन, द कंसेप्ट ऑफ आइडेंटिटी वर्सेस रोल कंफ्यूजन हैपन इन। पहचान विरुद्ध भूमिका गुंझल दा संकल्प किस अवस्था विच हुंदा है? पहचान विरुद्ध भूमिका द आइडेंटिटी वर्सेस रोल कंफ्यूजन, ये जिहड़ी चीज़ है किस टाइम ते आंदी है? बच्चा उहदे किस एज विच हुंदा है? एक कदों आंदी है? एडोलसेंस एज। एडोलसेंस जो बच्चे नूं कहंदे ना नवीं समझ आनी शुरू हो जाती है, दुनिया च उहदा पैर पैना, सोसाइटी च आ जांदा, किशोर अवस्था जिहड़ी हुंदी है उदों। पहचान विरुद्ध भूमिका गुंझल उदों बच्चों नूं हले नहीं कोई समझ नहीं आता, उन्होंने कंफ्यूजन जी रहिंदी किसी ना किसी पासे। आइडेंटिफाई वर्सेस रोल कंफ्यूजन कदों हुंदी है? एडोलसेंस एज विच। 10th क्वेश्चन, द राइट सीक्वेंस ऑफ मेजर स्टेज ऑफ कोगनेटिव ग्रोथ एज प्रपोज्ड बाय जेरोम ब्रनर। जो कोई भी चीज़ दिती होंदी ना, अगर हम जिवें इहदे विच क्वेश्चन एक ये भी आ गया कि सीक्वेंस तो चलो आप देखनी है, बट ये सीक्वेंस दिती किन्नी हुई है? जेरोम ब्रनर ने दिती है, ठीक है। और यदि राइट सीक्वेंस की है मेजर स्टेजेस ऑफ कोगनेटिव ग्रोथ के अकॉर्डिंग अगर देखा जाए तो इनके राइट स्टेजेस की है? सब तो पहला की आती है इनैक्टिव, आइकॉनिक एंड सिंबॉलिक, मतलब क्रियात्मक, चित्रात्मक एंड प्रतीकात्मक। ओके, की आंदा है? इनैक्टिव, आइकॉनिक एंड सिंबॉलिक की आंदा राइट ऑप्शन। नेक्स्ट 11th क्वेश्चन। 11th क्वेश्चन की है हु सेड, किसने किया? इफ अ चाइल्ड will not learn before he is capable to learn, wait please, who said this? wait क्वेश्चन नहीं क्लियर हो रहा। Who said if a child will not learn before he is capable to learn, then why bother? And if child will learn automatically after his capability to learn, then why bother? मतलब ये है कि जो बच्चे की समर्था होएगी उदों उन्हें आपे सीख जाना है,
ठीक है। जे बच्चा समर्था तो पहला नहीं सीख सकता तो फिक्र क्यों करिए, जे समर्था आने तो बाद ही वो आपे सीख लवेगा तो फिक्र क्यों करिए। ठीक है। ਇਹਦੇ ਵਿੱਚ ਕੀ ਹੈ ਕਿ ਜੇ ਬੱਚਾ ਸਮਰਥਾ ਤੋਂ ਪਹਿਲਾਂ ਨਹੀਂ ਸਿੱਖ ਸਕਦਾ ਤਾਂ ਉਹਦੇ ਤਾਂ ਆਪਾਂ ਮੱਥਾ ਹੀ ਕਿਉਂ ਮਾਰਨਾ ਹੈ ਨਾ। ਹੁਣ ਜੇ ਆਪਾਂ ਕਹੀਏ ਬੱਚੇ ਨੇ 3 ਸਾਲ ਤੋਂ ਸਕੂਲ ਜਾਣਾ ਹੈ, ਠੀਕ ਹੈ, ਉਦੋਂ ਜਾ ਕੇ ਉਹਨੇ ਪੜ੍ਹਨਾ ਲਿਖਣਾ ਸਭ ਕੁਝ ਕਰਨਾ, ਤਾਂ ਆਪਾਂ ਪਹਿਲਾਂ ਹੀ ਕਿਉਂ ਮੱਥਾ ਮਾਰੀ ਜਾਈਏ ਕਿ ਹਾਂ ਇਹ ਪਹਿਲਾਂ ਹੀ ਇਹ ਕੰਮ ਕਰਨਾ ਸ਼ੁਰੂ ਕਰ ਦੇ। ਅਗਰ ਬੱਚੇ ਨੇ 1 ਸਾਲ 'ਚ ਤੁਰਨਾ ਵਾ ਤਾਂ ਆਪਾਂ ਨੂੰ 6 ਮਹੀਨੇ ਥੋੜ੍ਹੀ ਨਾ ਸੋਚਣ ਬਹਿਣੇ 6ਵੇਂ ਮਹੀਨੇ 'ਚ ਹਾਂ ਇਹ ਬੱਚਾ ਤੁਰਦਾ ਨਹੀਂ, ਇਹ ਚੀਜ਼ ਨਹੀਂ ਹੋਣੀ ਚਾਹੀਦੀ। ਜਦੋਂ ਬੱਚੇ 'ਚ ਕੰਪੈਟੀਬਿਲਿਟੀ ਹੋਏਗੀ ਲਰਨ ਕਰਨ ਦੀ ਤਾਂ ਉਸ ਤੋਂ ਪਹਿਲਾਂ ਉਹਨੂੰ ਬੋਦਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਉਹ ਆਟੋਮੈਟਿਕਲੀ ਜਦੋਂ ਉਹਦੀ ਏਜ ਹੋ ਜਾਏਗੀ ਉਹ ਆਪਣੇ ਆਪ ਹੀ ਉਸ ਚੀਜ਼ ਨੂੰ ਕਵਰ ਕਰ ਲੇਗਾ। ਤੇ ਇਹ ਜਿਹੜੇ ਵਰਡਸ ਹੈ ਕਿੰਨੇ ਕਹੇ ਆ, ਇਹ ਕਿੰਨੇ ਕਹੇ ਆ, ਜਰੋਮ ਬਰਨਰ ਨੇ। ਜਰੋਮ ਬਰਨਰ ਨੇ ਇਹ ਵਾਲੀ ਚੀਜ਼ ਕਹੀ ਹੈ, ਠੀਕ ਹੈ। ਹੂ ਸੈਡ ਕਿੰਨੇ ਕਿਹਾ, ਜਰੋਮ ਬਰਨਰ ਨੇ ਕਿਹਾ ਹੋਇਆ ਕਿ ਜੇ ਬੱਚਾ ਸਮਰਥਾ ਤੋਂ ਪਹਿਲਾਂ ਨਹੀਂ ਸਿੱਖ ਸਕਦਾ ਫਿਕਰ ਕਿਉਂ ਕਰੀਏ, ਤੇ ਜੇ ਸਮਰਥਾ ਆਉਣ ਤੋਂ ਬਾਅਦ ਉਹ ਆਪਣੇ ਆਪ ਸਿੱਖ ਲਵੇਗਾ ਤਾਂ ਵੀ ਫਿਕਰ ਕਿਉਂ ਕਰੀਏ। ਠੀਕ ਹੈ ਜੀ। 12th question, which of following theories identify the 4 stages of child intellectual development? ਹੁਣ 4 stages ਦਿੱਤੀਆਂ ਮੈਂ, ਇੱਕ sensory motor, pre-operational, concrete एंड फॉर्मल। ਹੁਣ 4 स्टेजेस है जिन्हों ने तो CDP बड़ी अच्छी तरह पढ़ी है। 4 बहुत इंपॉर्टेंट है तो बहुत फेमस है। किन्ने दित्तियां हुई मैं ये जीन प्याजे ने ये जो थ्योरीज दित्तियां हुई हैं, ठीक है। जीन प्याजे द्वारा थ्योरीज दित्तियां गई हैं और इन्हां दी बहुत इंपॉर्टेंट है और इन्हां विचों ही 3-4 क्वेश्चन कई बार एज इट इज CDP से बन के आए होंगे, ठीक है। Which of following theories identify the 4 stages of intellectual development? That is ਕਿਹੜੀ ਹੈ, sensory motor, pre-operational, concrete। ਹੁਣ ਇਹ ਜਿਹੜੇ ਥਿਊਰੀਜ਼ ਕਿੰਨੇ ਦਿੱਤੀਆਂ ਮੈਂ ਹੁਣੇ ਤੁਹਾਨੂੰ ਕਲੀਅਰ ਕੀਤਾ ਵੇ, ਜੀਨ ਪਿਆਜੇ ਦੁਆਰਾ ਥਿਊਰੀਜ਼ ਦਿੱਤੀਆਂ ਹੋਈਆਂ ਜੋ ਕਿ ਬਹੁਤ ਇੰਪੋਰਟੈਂਟ ਥਿਊਰੀਜ਼ ਹੈ। ਇਹਨਾਂ ਦੀ ਡਿਸਕਸ਼ਨ ਵੀ ਤੁਹਾਨੂੰ ਮੈਂ ਹੁਣੇ ਹੀ ਕਰਵਾਵਾਂਗੀ ਕਿਉਂਕਿ ਇਹਦੇ ਵਿੱਚੋਂ ਹੀ ਬਹੁਤ ਕੁਐਸਚਨ ਬਣ ਜਾਂਦੇ ਆ। ਹੇਠ ਲਿਖੇ ਕਿਹੜੇ ਸਿਧਾਂਤ ਬੱਚੇ ਦੇ ਬੌਧਿਕ ਵਿਕਾਸ ਨੂੰ 4 ਅਵਸਥਾ ਵਿੱਚ ਵੰਡਦਾ ਹੈ? ਸੰਵੇਦਨਸ਼ਾਲਕ, ਪੂਰਵ ਸੰਚਾਲਕ, ਠੋਸ ਸੰਚਾਲਕ ਤੇ ਔਪਚਾਰਿਕ ਸੰਚਾਲਕ। ਇਹ ਕਿੰਨੇ ਦਿੱਤੀਆਂ ਹੋਈਆਂ ਮੈਂ? जीन प्याजे ने। It's 3rd option. You have a mixed class of the boys and girls. Which method you adopt to improve the cooperation between them? ਤੁਹਾਡੀ ਕਲਾਸ 'ਚ ਤੁਹਾਡੇ ਕੋਲ ਲੜਕੇ ਤੇ ਲੜਕੀਆਂ ਦੀ ਮਿਲੀ ਜੁਲੀ ਕਲਾਸ ਹੈ, ਤੁਸੀਂ ਵਿਚਾਰ ਸਹਿਯੋਗ ਵਧਾਉਣ ਲਈ ਕਿਹੜਾ ਢੰਗ ਅਪਣਾਓਗੇ? ਮਤਲਬ ਕਲਾਸ ਹੈ, ਕਲਾਸ ਮਤਲਬ ਕੋਐਡ ਹੈ, ਮਤਲਬ ਉਹ 'ਚ ਕੁੜੀਆਂ ਵੀ ਹੈ ਤੇ ਉਹਨਾਂ 'ਚ ਮੁੰਡੇ ਵੀ ਹੈ, ਠੀਕ ਹੈ। ਤੁਸੀਂ ਉਹਨਾਂ 'ਚ ਕੋਆਪਰੇਸ਼ਨ ਵਧਾਉਣਾ, ਉਹਨਾਂ 'ਚ ਸਹਿਯੋਗ ਵਧਾਉਣਾ ਵਾ ਤਾਂ ਤੁਸੀਂ ਕਿਹੜੀ ਵਿਧੀ ਅਪਣਾਓਗੇ? ਫਰਸਟ ਇਜ਼ ਆਸਕਿੰਗ ਦਾ ਪੇਰੈਂਟਸ ਟੂ ਡਿਸਕਸ ਇਕੁਐਲਿਟੀ। ਪੇਰੈਂਟਸ ਦਾ ਤਾਂ ਇਹਦੇ 'ਚ ਕੋਈ ਰੋਲ ਹੀ ਨਹੀਂ ਹੈ, ਠੀਕ ਹੈ। ਮੇਕਿੰਗ ਬॉयਜ਼ ਐਂਡ ਗਰਲਸ ਸ਼ੇਅਰ ਅ ਬੈਂਚ, ਸੈਟਿੰਗ ਟਾਸਕ ਵਿਚ ਹੈਵ ਟੂ ਡਨ ਟੂਗੈਦਰ, ਟਾਕਿੰਗ ਅਬਾਊਟ ਦ ਇਕੁਐਲਿਟੀ ਇਨ ਲੈਸਨ। ਇਕੁਐਲਿਟੀ ਇਹਨਾਂ ਗੱਲ ਕਰਨ ਦੀ ਵੀ ਜ਼ਰੂਰੀ ਸੀ। ਮੇਨ ਕੀ ਹੈ ਕਿ ਸੈਟਿੰਗ, ਉਹਨਾਂ ਵਿੱਚ ਉਹਨਾਂ ਨੂੰ ਕੁਝ ਟਾਸਕ ਦੇਣੇ ਚਾਹੀਦੇ ਜਿਹੜੇ ਉਹ ਇਕੱਠੇ ਬੈਠ ਕੇ ਉਹਨੂੰ ਕਰਨ, ਟਾਸਕ ਨੂੰ ਕਰਨ, ਠੀਕ ਹੈ। ਇਹਦੇ ਨਾਲ ਕੀ ਹੋਏਗਾ, ਉਹਨਾਂ 'ਚ ਕੋਆਪਰੇਸ਼ਨ ਜਿਹੜੀ ਹੋਏਗੀ ਇੰਪਰੂਵ ਹੋਏਗੀ। ਉਹਨਾਂ ਨੂੰ ਮਿਲ ਕੇ ਕਰਨ ਵਾਲੇ ਕੰਮ ਦੇਣੇ ਚਾਹੀਦੇ ਆ ਤਾਂ ਜੋ ਉਹਨਾਂ ਦੇ ਵਿੱਚ ਜਿਹੜਾ ਸਹਿਯੋਗ ਹੈ ਵਧੇ, ਕੋਆਪਰੇਸ਼ਨ ਇੰਪਰੂਵ ਹੋਵੇ। 14th ਕਰਨ ਤੋਂ ਪਹਿਲਾਂ ਜੀਨ ਪਿਆਜੇ ਦੀਆਂ ਜਿਹੜੀਆਂ 4 ਥਿਊਰੀਜ਼ ਆਪਾਂ ਉਹ ਕਰਦੇ ਆ, ਠੀਕ ਹੈ। ਫਸਟ ਕਿਹੜੀ ਆ ਗਈ? ਸੈਂਸਰੀ ਸਟੇਜ। ਸੈਂਸਰੀ ਸਟੇਜ ਦੀ ਉਮਰ ਕਿੰਨੀ ਹੁੰਦੀ ਹੈ? 0 ਤੋਂ 2 ਸਾਲ ਹੁੰਦੀ ਹੈ, ਠੀਕ ਹੈ। ਥੋੜੀ ਜਲਦੀ ਡਿਸਕਸ ਕਰਦੇ ਆ। ਸੈਂਸਰੀ ਮੋਟਰ ਸਟੇਜ ਜਿਹੜੀ ਕਿ 0 ਤੋਂ 2 ਸਾਲ ਦੇ ਵਿੱਚ ਹੁੰਦੀ ਹੈ। ਇਹਦੇ ਵਿੱਚ ਕੀ ਕਰਦਾ ਵਾ? ਬੇਬੀਜ਼ ਐਕਸਪਲੋਰ। ਬੇਬੀ ਕੀ ਕਰਦਾ ਵਾ? ਟੱਚ ਕਰਦਾ, ਚੀਜ਼ਾਂ ਨੂੰ ਦੇਖਦਾ, ਟੇਸਟ ਕਰ ਲੈਂਦਾ ਔਰ ਮੂਵ ਕਰਨਾ ਸਟਾਰਟ ਕਰ ਦਿੰਦਾ 2 ਸਾਲ ਦੇ ਵਿੱਚ, ਠੀਕ ਹੈ। ਉਹਦੇ 'ਚ ਆਬਜੈਕਟਿਵ ਪਰਮੈਂਸਿਸ ਆ ਜਾਂਦੀ ਹੈ। ਅੰਡਰਸਟੈਂਡਿੰਗ ਦੈਟ ਆਬਜੈਕਟ ਐਗਜ਼ਿਸਟ ਈਵਨ ਵੈਨ not seen, being simple problem solving through a trial and error। example कोई boy है, look for a toy hidden under a blanket, ठीक है। ਹੁਣ sensory motor 0 ਤੋਂ 2 ਸਾਲ ਦੇ ਵਿੱਚ ਹੁੰਦੀ ਹੈ। ਇਹਦੇ ਵਿੱਚ ਬੱਚਾ ਟਚਿੰਗ, ਲੁਕਿੰਗ, ਟੇਸਟਿੰਗ ਐਂਡ ਮੂਵਿੰਗ ਕਰਦਾ ਵਾ ਔਰ ਇਹਦੇ ਵਿੱਚ ਕਿੰਦਾ ਅਗਰ ਕੋਈ ਬੱਚੇ ਕੋਲੋਂ ਚੀਜ਼ ਲੈ ਕੇ ਆਪਾਂ ਲੁਕੋ ਦਿੰਦੇ ਹਾਂ ਤਾਂ ਉਸ ਚੀਜ਼ ਨੂੰ ਫਾਈਂਡ ਕਰਦਾ, ਉਹ ਦੇਖਦਾ ਉਹ ਚੀਜ਼ ਕਿੱਥੇ ਹੈ, ਠੀਕ ਹੈ। ਉਹਨਾਂ ਦਾ ਆਬਜੈਕਟ ਪਰਮਾਨੈਂਸ ਮਤਲਬ ਉਹ ਚੀਜ਼ਾਂ ਨੂੰ ਨਹੀਂ ਦਿਖਦੀ ਪਈ, ਉਹ ਦੇਖਦਾ ਚੀਜ਼ ਕਿੱਥੇ ਚਲੀ ਗਈ। ਸੈਕਿੰਡ ਆਂਦੀ ਪ੍ਰੀ ਆਪਰੇਸ਼ਨਲ ਸਟੇਜ ਜਿਹੜੀ ਕਿ 2 ਤੋਂ 7 ਸਾਲ ਦੇ ਵਿੱਚ ਹੁੰਦੀ ਹੈ। ਇਹਦੇ 'ਚ ਸਿੰਬੋਲਿਕ ਥਿੰਕਿੰਗ ਡਿਵੈਲਪ। ਇਹ ਚੀਜ਼ ਜ਼ਰੂਰ ਰੱਖਣੀ ਹੈ ਕਿ ਕੁਐਸਚਨ ਆ ਜਾਂਦਾ ਸਿੰਬੋਲਿਕ ਥਿੰਕਿੰਗ ਕਦੋਂ ਆਉਂਦੀ ਹੈ? ਪ੍ਰੀ ਆਪਰੇਸ਼ਨ ਵਿੱਚ ਆਉਂਦੀ ਹੈ ਜਦੋਂ ਬੱਚਾ 2 ਤੋਂ 7 ਸਾਲ 'ਚ ਆ ਜਾਂਦਾ। ਇਹਦੇ ਵਿੱਚ ਕੀ ਕਰਦਾ? ਬੱਚਾ ਵਰਡਸ ਬੋਲਦਾ ਹੈ, ਇਮੇਜਿਸ ਜਾਂ ਸਿੰਬਲਸ ਇਹਨਾਂ ਨੂੰ ਯੂਜ਼ ਕਰਦਾ ਕਿਉਂਕਿ ਉਹਨੂੰ 2 ਤੋਂ 7 ਸਾਲ ਦੇ ਵਿੱਚ ਪੂਰੀ ਸਮਝ ਆ ਜਾਂਦੀ ਹੈ। ਅੱਗੋਂ ਆਉਂਦਾ ਈਗੋਸੈਂਟਰਿਕ। difficulty seeing things from the other perspective, animism, believing the object have feelings। ਉਹਨਾਂ 'ਚ ਫੀਲਿੰਗਸ ਆ ਜਾਂਦੀਆਂ ਵਾ, ਉਹਨਾਂ 'ਚ ਥੋੜੀ ਈਗੋਸੈਂਟਰਿਕ ਹੋ ਜਾਂਦਾ, ਉਹਨੂੰ ਪਤਾ ਲੱਗ ਜਾਂਦਾ ਕਿ ਹਾਂ ਇਹ ਚੀਜ਼ ਮੇਰੀ ਹੈ, ਥੋੜੀ ਈਗੋ ਟਾਈਪ ਸਿਸਟਮ 'ਚ ਆ ਜਾਂਦਾ। ਉਹ ਕੀ ਕਰਦਾ? ਲੌਜੀਕਲੀ ਥੋੜਾ ਬਹੁਤਾ ਸੋਚਣਾ ਸ਼ੁਰੂ ਕਰ ਦਿੰਦਾ ਕੰਕਰੀਟ ਸਿਚੁਏਸ਼ਨ ਦੇ ਵਿੱਚ, ਠੀਕ ਹੈ। ਮੂਨ ਇਜ਼ ਫਲੋਇੰਗ, ਜਿਵੇਂ ਕਿ ਅ ਚਾਈਲਡ ਥਿੰਕਸ ਦਾ ਮੂਨ ਇਜ਼ ਫਲੋਇੰਗ
them following them ਜਿਵੇਂ ਆਪਾਂ ਤੁਰਦੇ ਆ ਤੇ ਆਪਾਂ ਨੂੰ ਐ ਲੱਗਦਾ ਜਿਹੜਾ ਚੰਦਰਮਾ ਆਪਣੇ ਨਾਲ ਨਾਲ ਤੁਰਦਾ ਪਿਆ ਹੈ ਨਾ ਕਈ ਵਾਰੀ ਆਪਾਂ ਵੀ ਇਹ ਚੀਜ਼ ਦੇਖਦੇ ਕਿ ਜਦੋਂ ਆਪਾਂ ਤੁਰਦੇ ਆਪਣਾ ਚੰਦਰਮਾ ਵੀ ਆਪਣੇ ਨਾਲ ਨਾਲ ਤੁਰਦਾ ਪਿਆ ਤਾਂ ਉਹ ਚੀਜ਼ਾਂ ਨੂੰ ਦੇਖਣਾ ਸ਼ੁਰੂ ਕਰ ਦਿੰਦਾ ਅੱਗੇ ਆਂਦੀ ਕੰਕਰੀਟ ਜਿਹੜੀ ਕਿ ਥਰਡ ਸਟੇਜ ਹੈ ਇਹ ਹੁੰਦੀ ਹੈ 7 ਤੋਂ 11 ਸਾਲ ਦੇ ਵਿੱਚ ਹੁੰਦੀ ਹੈ ਠੀਕ ਹੈ ਇਹਦੇ ਵਿੱਚ ਬੱਚਾ ਲੌਜੀਕਲੀ ਸੋਚਣਾ ਸਟਾਰਟ ਕਰ ਦਿੰਦਾ ਵਾ ਠੀਕ ਹੈ ਉਹਦੇ 'ਚ ਕੰਜ਼ਰਵੇਸ਼ਨ ਆ ਜਾਂਦੀ ਹੈ ਕਲਾਸੀਫਾਈ ਤੇ ਆਰਗੇਨਾਈਜ਼ ਆਬਜੈਕਟ ਮਤਲਬ ਕੋਈ ਚੀਜ਼ਾਂ ਰੱਖ ਦੋ ਉਹਨੂੰ ਪਤਾ ਲੱਗ ਜਾਂਦਾ ਬੁੱਕਸ ਹੈ ਉਹਨਾਂ ਨੂੰ ਬੁੱਕਸ ਦੀ ਜਗ੍ਹਾ ਤੇ ਰੱਖਣਾ ਵਾ ਠੀਕ ਹੈ ਚਾਹੇ ਮੰਨ ਲਓ ਟੋਇਜ਼ ਉਹਨਾਂ ਨੂੰ ਟੋਇਜ਼ ਦੀ ਜਗ੍ਹਾ ਤੇ ਰੱਖਣਾ ਵਾ ਮਤਲਬ ਉਹਨੂੰ ਚੀਜ਼ਾਂ ਦੇ ਵਿੱਚ ਡਿਫਰੈਂਸਿਸ ਪਤਾ ਲੱਗ ਜਾਂਦੇ ਆ ਉਹਨਾਂ ਨੂੰ ਆਰਗੇਨਾਈਜ਼ ਕਰ ਲੇਗਾ ਉਹ ਚੀਜ਼ਾਂ ਨੂੰ ਅਗਰ ਇਕੱਠੀਆਂ ਮਿਕਸ ਕਰਕੇ ਰੱਖ ਦੋ ਤਾਂ ਉਹਨੂੰ ਕਹੋ ਕਿ ਇਹਦੇ 'ਚ ਟੋਇਜ਼ ਅਲੱਗ ਕਰ ਦੋ ਹਨ ਇਹਦੇ 'ਚ ਬੁੱਕਸ ਅਲੱਗ ਕਰ ਦੋ ਪੈਨਸਿਲਸ ਅਲੱਗ ਕਰ ਦੋ ਤਾਂ ਉਹ ਚੀਜ਼ਾਂ ਤੁਹਾਨੂੰ ਪਤਾ लगना स्टार्ट हो जाता है कंक्रीट मतलब चीज़ा ठीक है जिवें एग्जाम्पल हम दिते अंडरस्टैंड दैट वाटर रिमेन्स द सेम अमाउंट वैन पॉर्ड इनटू डिफरेंट ग्लासिस अलग अलग ग्लासिस दे विच पानी पा दो किसी च पूरा पा दो किसी च थोड़ा पा दो तो उन्हें पता लग जाएगा कि हाँ ये ग्लास पूरा भरिया होया है या अद्धा भरिया है तो ये चीज़ां दी उन्हें नॉलेज आ जाएगी थर्ड स्टेज दे विच लास्ट आती है कोई फॉर्मल फोर्थ स्टेज आती जी कि 11 साल तो 11 साल तो बाद वाली हुण ये तुहानूं पता ही 11वें साल तो बाद की हुंदा बच्चा थोड़ा जिहा मैच्योरिटी आ गई कैन थिंक वो की कर सकता वै हाइपोथेटिकली सिचुएशनस च सोचना शुरू कर दिंदा है प्रॉब्लम नूं सॉल्व करना शुरू कर दिंदा वै ठीक है उन्होंने जस्टिस का फ्रीडम का मोरैलिटी का पता लग जाता है मतलब कि जिहड़े एल्जबरा वाले सम हुंदे आ उन्हां बारे वो सोचना शुरू कर देगा उन्होंने सॉल्व करना शुरू कर देगा ठीक है ये थोड़ी काली काली च कीती है मतलब जल्दी जल्दी च तुहानूं बस एक रिमाइंड करवाता है कि 4 स्टेजिस है सेंसरी मोटर जिहड़ी 0 तो 2 साल है प्री ऑपरेशनल 2 तो 7 कंसैप्ट कंक्रीट ऑपरेशनल 7 तो 11 ते फॉर्मल 11 ठीक है जी ये ही बड़े क्वेश्चंस बन जाते हैं आराम नाल थोड़ा कोई जरूर रीड करना नैक्सट 14th क्वेश्चन विच मेक्स द एडोलसेंट रिवोल्ट अगेंस्ट अथॉरिटी किहड़ी गल किसी किशोर नूं अधिकार के विरुद्ध बगावत करने लई प्रेरित करती है इन्हां विच किहड़ी चीज़ है विच मेक एन एडोलसेंट रिवोल्ट विच एडोलसेंस वेट विच मेक्स एडोलसेंट रिवोल्ट अगेंस्ट अथॉरिटी किहड़ी अवस्था किशोर अवस्था अधिकारियों के विरुद्ध विद्रोह करती है यह आएगा सेकंड ऑप्शन इज वांट फॉर रिकॉग्नाइजेशन एंड इंडिपेंडेंस ऑफ थॉट्स एंड एक्शन उसकी पहचान ते विचारां ते कर्मां की आज़ादी की इच्छा मतलब अपनी आज़ादी लई या चीज़ उसकी पहचान वास्ते वो विरोध करता है बगावत करने लई प्रेरित हुंदा है 15th को इनका की ना आएगा सेकंड ऑप्शन बी ऑप्शन 15th क्वेश्चन Education does not bring about social change. Rather, the social change result into educational change. Whose view was this? सिक्ख्या समाजिक बदलाव नहीं लियांदी बल्कि समाजिक बदलाव सिक्ख्या च बदलाव लियांदा है किन्ने गल कही है समाज बारे गल की गई है ਇਹਦੇ ਵਿੱਚ ਕਿਹਾ ਹੈ ਕਿ ਜਿਹੜੀ ਸਿੱਖਿਆ ਦੇ ਨਾਲ ਸਮਾਜ 'ਚ ਬਦਲਾਅ ਨਹੀਂ ਆਉਂਦਾ ਬਲਕਿ ਸਮਾਜ ਵਿੱਚ ਬਦਲਾਅ ਆਉਣ ਦੇ ਨਾਲ ਸਿੱਖਿਆ ਵਿੱਚ ਬਦਲਾਅ ਆਉਂਦਾ ਹੈ ਤੇ ਇਹ ਗੱਲ ਕਿੰਨੇ ਕਹੀ ਹੈ ਇਮਾਈਲ ਡਰਕੀਮ ਨੇ ਇਟਸ ਬੀ ਆਪਸ਼ਨ इमाइल डरकीब ने गल कही है 16th क्वेश्चन ऑब्जरवेशनल लर्निंग की होंगी किसी चीज़ को ऑब्जर्व करना निरीक्षण करना तो ये किहड़ियां चीज़ां शामिल होंदियां मैं ये आएगा फर्स्ट ते थर्ड ऑप्शन मतलब बी ऑप्शन आएगी मतलब अटेंशन एंड रिटेंशन एंड थर्ड इज प्रोडक्शन द प्रोसैसिस एंड मोटिवेशन ये दोवें जिहड़ियां चीज़ां होंदियां मैं जिहड़ियां कि ऑब्जैक्टिव लर्निंग विच आंदियां मैं ठीक है जी नाउ 16 द ऑप्शन इज बी 17th क्वेश्चन सपोज यू गेट अ पंजाबी मीडियम Suppose you get a Punjabi medium student and learnt Hindi. Sorry 17 to 30 क्वेश्चन कल करांगे आई थिंक कोई इशू आ रहा है ओके नैक्सट वीडियो दी 70 to 30 तक क्वेश्चन जो डिस्कस किए जाएंगे थैंक यू हैव अ गुड डे आई थिंक कोई इशू आ गया इस करके ओके जी थैंक यू नैक्सट वीडियो लिए वेट करो